ਪਿਆਰੇ ਸਰੋਤਿਓ, ਮੈਂ ਡਾਕਟਰ ਗੁਰਬਾਜ ਸਿੰਘ, ਮੁਖੀ ਧਰਮ ਅਧਿਐਨ ਵਿਭਾਗ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਆਪ ਜੀ ਦੇ ਸਨਮੁਖ ਮਹਾਤਮਾ ਬੁੱਧ ਦਾ ਜੀਵਨ ਵਿਸ਼ਾ ਲੈ ਕੇ ਪੇਸ਼ ਹੋਇਆ ਹਾਂ। ਭਾਰਤ ਵਿੱਚ 4 ਵੱਡੇ ਧਰਮ ਹੋਏ ਹਨ: ਵੈਦਿਕ ਧਰਮ, ਜੈਨ ਧਰਮ, ਬੁੱਧ ਧਰਮ ਅਤੇ ਸਿੱਖ ਧਰਮ। ਬੁੱਧ ਧਰਮ ਲਗਭਗ 2500 ਸਾਲ ਪੁਰਾਣਾ ਧਰਮ ਹੈ, ਜਿਸ ਦੇ ਬਾਨੀ ਮਹਾਤਮਾ ਬੁੱਧ ਹੋਏ ਹਨ। ਆਓ ਮਹਾਤਮਾ ਬੁੱਧ ਦੇ ਜੀਵਨ ਨੂੰ ਜਾਣਨ ਦਾ ਯਤਨ ਕਰਦੇ ਹਾਂ। ਮਹਾਤਮਾ ਬੁੱਧ ਦਾ ਜਨਮ ਲਗਭਗ 567 ਈਸਾ ਪੂਰਵ ਵਿੱਚ ਪੂਰਨਮਾਸ਼ੀ ਵਾਲੇ ਦਿਨ ਲੁੰਬਣੀ ਨਾਮ ਦੇ ਜੰਗਲ ਵਿੱਚ ਉਸ ਵੇਲੇ ਹੋਇਆ ਸੀ ਜਦੋਂ ਮਾਤਾ ਮਹਾਮਾਇਆ ਕਪਿਲਵਸਤੂ ਤੋਂ ਆਪਣੇ ਪੇਕੇ ਘਰ ਆਪਣੇ ਪਤੀ ਰਾਜਾ ਸੁਧੋਧਨ ਦੀ ਆਗਿਆ ਨਾਲ ਜਾ ਰਹੀ ਸੀ। ਰਸਤੇ ਵਿੱਚ ਪੈਂਦੇ ਲੁੰਬਣੀ ਨਾਮੀ ਸਥਾਨ ਤੇ ਬੁੱਧ ਦਾ ਜਨਮ ਹੋਇਆ, ਜੋ ਕਿ ਨੇਪਾਲ ਦੇਸ਼ ਵਿੱਚ ਭਾਰਤੀ ਸੀਮਾ ਦੇ ਨੇੜੇ ਸਥਿਤ ਹੈ ਅਤੇ ਬੁੱਧ ਧਰਮ ਦਾ ਤੀਰਥ ਸਥਲ ਹੈ। ਇਸ ਪਵਿੱਤਰ ਸਥਾਨ ਤੇ ਮਾਇਆ ਦੇਵੀ ਮੰਦਰ ਸਥਿਤ ਹੈ, ਜਿੱਥੇ ਬੁੱਧ ਨੇ ਜਨਮ ਲਿਆ ਸੀ। ਮਾਇਆ ਦੇਵੀ ਮੰਦਰ ਦੇ ਨਾਲ ਹੀ ਮਾਇਆ ਦੇਵੀ ਤਲਾਬ ਵੀ ਮੌਜੂਦ ਹੈ, ਜਿੱਥੇ ਮਹਾਮਾਇਆ ਨੇ ਬਾਲਕ ਨੂੰ ਜਨਮ ਦੇਣ ਤੋਂ ਬਾਅਦ ਪਹਿਲਾ ਇਸ਼ਨਾਨ ਕੀਤਾ ਸੀ। ਤੁਸੀਂ ਤਸਵੀਰ ਰਾਹੀਂ ਮਾਇਆ ਦੇਵੀ ਮੰਦਰ ਅਤੇ ਮਾਇਆ ਦੇਵੀ ਤਲਾਬ ਨੂੰ ਵੇਖ ਸਕਦੇ ਹੋ। ਮਹਾਤਮਾ ਬੁੱਧ ਦੀ ਇਸ ਜਨਮ ਸਥਲੀ ਤੇ ਰਾਜਾ ਅਸ਼ੋਕ ਨੇ ਅਸ਼ੋਕ ਸਤੰਭ ਸਥਾਪਿਤ ਕੀਤਾ ਸੀ, ਜੋ ਰਾਜਾ ਅਸ਼ੋਕ ਦੀ ਬੁੱਧ ਧਰਮ ਪ੍ਰਤੀ ਸੱਚੀ ਸ਼ਰਧਾ ਨੂੰ ਪ੍ਰਗਟ ਕਰਦਾ ਹੈ। ਲੁੰਬਣੀ ਵਿੱਚ ਪ੍ਰਾਚੀਨ ਬੋਧੀ ਬ੍ਰਿਛ ਵੀ ਮੌਜੂਦ ਹੈ, ਜੋ ਕਿ ਪਿੱਪਲ ਦਾ ਦਰਖਤ ਹੈ ਅਤੇ ਮਾਇਆ ਦੇਵੀ ਤਲਾਬ ਦੇ ਕੰਢੇ ਤੇ ਸਥਿਤ ਹੈ। ਬੋਧੀ ਇਸ ਦਰਖਤ ਦੇ ਥੱਲੇ ਬੈਠ ਕੇ ਬੋਧ ਮੰਤਰਾਂ ਦਾ ਉਚਾਰਨ ਕਰਨਾ ਚੰਗਾ ਸਮਝਦੇ ਹਨ। ਲੁੰਬਣੀ ਵਿੱਚ ਅਲੱਗ-ਅਲੱਗ ਬੌਧ ਦੇਸ਼ਾਂ ਨੇ ਆਪਣੇ ਆਪਣੇ ਬੌਧ ਵਿਹਾਰ ਵੀ ਕਾਇਮ ਕੀਤੇ ਹੋਏ ਹਨ, ਜੋ ਕਿ ਲੁੰਬਣੀ ਦੀ ਸ਼ੋਭਾ ਨੂੰ ਹੋਰ ਵੀ ਵਧਾ ਦਿੰਦੇ ਹਨ। ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਸਿਧਾਰਥ ਸੀ। ਸਿਧਾਰਥ ਦੇ ਜਨਮ ਤੋਂ 7 ਦਿਨ ਬਾਅਦ ਮਹਾਮਾਇਆ ਦੀ ਮੌਤ ਹੋ ਜਾਂਦੀ ਹੈ। ਮਹਾਪ੍ਰਜਾਪਤੀ ਗੌਤਮੀ, ਜਿਸ ਨੂੰ ਇਤਿਹਾਸ ਵਿੱਚ ਗੌਤਮੀ ਵੀ ਲਿਖਿਆ ਹੈ, ਨੇ ਸਿਧਾਰਥ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ। ਉਹ ਮਹਾਮਾਇਆ ਦੀ ਭੈਣ ਸੀ ਅਤੇ ਸਿਧਾਰਥ ਦੀ ਮਾਸੀ ਲੱਗਦੀ ਸੀ। ਰਾਜਾ ਸੁਧੋਧਨ ਨੇ ਉਸ ਦਾ ਸਿਧਾਰਥ ਪ੍ਰਤੀ ਸਨੇਹ ਵੇਖ ਕੇ ਉਸ ਨਾਲ ਵਿਆਹ ਕਰਵਾ ਲਿਆ, ਤਾਂ ਕਿ ਸਿਧਾਰਥ ਨੂੰ ਮਾਂ ਵਾਲਾ ਪਿਆਰ ਮਿਲ ਸਕੇ। ਉਸ ਨੇ ਕਦੇ ਵੀ ਸਿਧਾਰਥ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਉਸ ਦੀ ਮਤਰੇਈ ਮਾਂ ਹੈ। ਰਾਜਾ ਸੁਧੋਧਨ ਕਪਿਲਵਸਤੂ ਰਿਆਸਤ ਦੇ ਸ਼ਾਕਿਆ ਵੰਸ਼ ਦਾ ਰਾਜਾ ਸੀ ਅਤੇ ਮਹਾਪ੍ਰਜਾਪਤੀ ਗੌਤਮੀ ਉਸ ਨਾਲ ਵਿਆਹ ਕਰਵਾ ਕੇ ਉਸ ਦੀ ਮਹਾਰਾਣੀ ਬਣ ਗਈ। ਗੌਤਮੀ ਉਹ ਪਹਿਲੀ ਮਹਾਨ ਇਸਤਰੀ ਹੈ ਜਿਸ ਨੇ ਬੌਧ ਸੰਘ ਵਿੱਚ ਪ੍ਰਵੇਸ਼ ਕੀਤਾ ਸੀ। ਮਹਾਤਮਾ ਬੁੱਧ ਦੀ ਗਿਆਨ ਪ੍ਰਾਪਤੀ ਤੋਂ ਬਾਅਦ ਉਸ ਨੇ ਆਪਣੀਆਂ ਸੰਗਣੀਆਂ ਸਮੇਤ ਬੌਧ ਸੰਘ ਵਿੱਚ ਸ਼ਾਮਲ ਹੋਣ ਦੀ ਆਗਿਆ ਮਹਾਤਮਾ ਬੁੱਧ ਤੋਂ ਮੰਗੀ ਸੀ, ਜੋ ਕਿ ਤੁਸੀਂ ਤਸਵੀਰ ਵਿੱਚ ਵੇਖ ਸਕਦੇ ਹੋ। ਮਹਾਤਮਾ ਬੁੱਧ ਦੇ
ਪ੍ਰਮੁੱਖ ਚੇਲੇ ਆਨੰਦ ਦੇ ਕਹਿਣ ਤੇ ਮਹਾ ਪ੍ਰਜਾਪਤੀ ਗੌਤਮੀ ਅਤੇ ਉਸ ਦੀਆਂ ਸਾਥਣਾਂ ਨੂੰ ਸੰਘ ਵਿੱਚ ਪ੍ਰਵੇਸ਼ ਮਿਲਿਆ। ਇਸ ਤੋਂ ਪਹਿਲਾਂ ਕੇਵਲ ਭਿੱਖੂ ਅਰਥਾਤ ਪੁਰਸ਼ ਹੀ ਸੰਘ ਵਿੱਚ ਸ਼ਾਮਿਲ ਹੋ ਸਕਦੇ ਸਨ, ਪਰ ਗੌਤਮੀ ਦੇ ਸੰਘ ਵਿੱਚ ਪ੍ਰਵੇਸ਼ ਤੋਂ ਬਾਅਦ ਭਿੱਖਣੀ ਅਰਥਾਤ ਇਸਤਰੀ ਦਾ ਵੀ ਸੰਘ ਵਿੱਚ ਪ੍ਰਵੇਸ਼ ਕਰਨ ਦਾ ਰਸਤਾ ਖੁੱਲ੍ਹ ਗਿਆ। ਜਦੋਂ ਅਸੀਂ ਮਹਾਤਮਾ ਬੁੱਧ ਦੇ ਜੀਵਨ ਉੱਤੇ ਝਾਤੀ ਮਾਰਦੇ ਹਾਂ ਤਾਂ ਅਸਿੱਧ ਸਾਧੂ ਦੀ ਭਵਿੱਖਬਾਣੀ ਵੀ ਮਹਾਤਮਾ ਬੁੱਧ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਅਸਿੱਧ ਇੱਕ ਸਾਧੂ ਸੀ ਜੋ ਰਾਜਾ ਸ਼ੁਧੋਧਨ ਕੋਲ ਰਾਜ ਮਹਿਲ ਵਿੱਚ ਆਇਆ। ਉਸ ਨੇ ਸਿਧਾਰਥ ਪ੍ਰਤੀ ਭਵਿੱਖਬਾਣੀ ਕੀਤੀ ਕਿ ਸਿਧਾਰਥ ਜਾਂ ਤਾਂ ਚੱਕਰਵਰਤੀ ਰਾਜਾ ਬਣੇਗਾ ਜਾਂ ਸੰਨਿਆਸੀ। ਉਸ ਨੇ ਇਹ ਤਰਕ ਦਿੱਤਾ ਕਿ ਜੇਕਰ ਸਿਧਾਰਥ ਨੇ ਦੁੱਖ ਵੇਖ ਲਿਆ, ਅਰਥਾਤ ਉਸ ਨੇ ਕਦੇ ਵੀ ਇਹ ਮਹਿਸੂਸ ਕੀਤਾ ਕਿ ਸੰਸਾਰ ਵਿੱਚ ਦੁੱਖ ਹੈ, ਤਾਂ ਉਹ ਰਾਜ ਮਹਿਲ ਛੱਡ ਕੇ ਸੰਨਿਆਸੀ ਬਣ ਜਾਏਗਾ, ਮੰਗਤਾ ਬਣ ਜਾਏਗਾ। ਪਰ ਜੇਕਰ ਸਿਧਾਰਥ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵੇਖਦਾ, ਸਿਰਫ ਸੁੱਖ ਹੀ ਸੁੱਖ ਉਸ ਨੂੰ ਚਾਰ ਸਫੇਰੇ ਨਜ਼ਰ ਆਉਂਦਾ ਹੈ, ਤਾਂ ਉਹ ਚੱਕਰਵਰਤੀ ਰਾਜਾ ਬਣੇਗਾ। ਰਾਜਾ ਸ਼ੁਧੋਧਨ ਆਪਣੇ ਪੁੱਤਰ ਨੂੰ ਚੱਕਰਵਰਤੀ ਰਾਜਾ ਬਣਾਉਣਾ ਚਾਹੁੰਦਾ ਸੀ। ਰਾਜਾ ਸ਼ੁਧੋਧਨ ਦਾ ਇਕਲੌਤਾ ਪੁੱਤਰ ਸੀ ਸਿਧਾਰਥ। ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਸੁਖਮਈ ਜੀਵਨ ਦੇਣ ਲਈ ਤਰ੍ਹਾਂ ਤਰ੍ਹਾਂ ਦੇ ਗਰਮੀਆਂ ਅਤੇ ਸਰਦੀਆਂ ਦੇ ਲਈ ਮਹਿਲ ਬਣਵਾਏ, ਨ੍ਰਿਤਕੀਆਂ ਦਾ ਪ੍ਰਬੰਧ ਕੀਤਾ ਜੋ ਕਿ ਸਿਧਾਰਥ ਲਈ ਨ੍ਰਿਤ ਕਰਦੀਆਂ ਸਨ, ਉਸ ਲਈ ਮਨੋਰੰਜਨ ਦਾ ਸਾਧਨ ਬਣਦੀਆਂ ਸਨ। ਵੱਖ-ਵੱਖ ਕਿਸਮ ਦੀਆਂ ਸੈਰਗਾਹਾਂ ਬਣਾਈਆਂ ਗਈਆਂ ਤਾਂ ਕਿ ਸਿਧਾਰਥ ਸੈਰ ਸਪਾਟਾ ਰਾਜ ਮਹਿਲ ਦੇ ਅੰਦਰ ਹੀ ਕਰ ਸਕੇ। ਸਿਧਾਰਥ ਨੂੰ ਰਾਜ ਮਹਿਲ ਦੇ ਅੰਦਰ ਹੀ ਸਭ ਕਿਸਮ ਦੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ। ਪਿਤਾ ਸ਼ੁਧੋਧਨ ਦੁਆਰਾ ਆਪਣੇ ਪੁੱਤਰ ਨੂੰ ਤਰ੍ਹਾਂ ਤਰ੍ਹਾਂ ਦੇ ਸੁੱਖ ਦੇਣ ਦਾ ਯਤਨ ਕੀਤਾ ਗਿਆ, ਪਰ ਸਿਧਾਰਥ ਦਾ ਮਨ ਅਸ਼ਾਂਤ ਸੀ। ਉਹ ਕਿਸੇ ਨਾਲ ਵੀ ਬਹੁਤੀ ਗੱਲਬਾਤ ਨਹੀਂ ਸੀ ਕਰਦਾ, ਜਿਸ ਤੋਂ ਉਸਦੇ ਪਿਤਾ ਨੂੰ ਇਹ ਲੱਗਿਆ ਕਿ ਸਿਧਾਰਥ ਖੁਸ਼ ਨਹੀਂ ਹੈ। ਉਸ ਦਾ ਸੰਸਾਰ ਵਿੱਚ ਮਨ ਲਾਉਣ ਲਈ ਰਾਜਾ ਸ਼ੁਧੋਧਨ ਆਪਣੇ ਪੁੱਤਰ ਦੀ ਵਿਆਹ ਦੀ ਯੋਜਨਾ ਬਣਾਉਂਦਾ ਹੈ। ਇੱਕ ਖੇਡ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਵੱਖ-ਵੱਖ ਰਾਜੇ ਅਤੇ ਰਾਜਕੁਮਾਰੀਆਂ ਸ਼ਾਮਲ ਹੁੰਦੀਆਂ ਹਨ। ਇਸ ਖੇਡ ਪ੍ਰਤੀਯੋਗਤਾ ਵਿੱਚ ਰਾਜਕੁਮਾਰੀ ਯਸ਼ੋਧਰਾ ਵੀ ਆਈ ਹੋਈ ਸੀ, ਜੋ ਸ਼ਾਕਿਆ ਵੰਸ਼ ਵਿੱਚੋਂ ਹੀ ਸੀ। ਉਸ ਨੂੰ ਸਿਧਾਰਥ ਨੇ ਪਸੰਦ ਕੀਤਾ। 16 ਸਾਲ ਦੀ ਉਮਰ ਵਿੱਚ ਸਿਧਾਰਥ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਉਸ ਦੇ ਘਰ ਇਕਲੌਤੇ ਪੁੱਤਰ ਰਾਹੁਲ ਨੇ ਜਨਮ ਲਿਆ। ਸਿਧਾਰਥ ਦੇ ਜੀਵਨ ਵਿੱਚ 3 ਘਟਨਾਵਾਂ ਅਜਿਹੀਆਂ ਵਾਪਰੀਆਂ ਜਿਸ ਨਾਲ ਉਸ ਦਾ ਜੀਵਨ ਪੂਰੀ ਤਰ੍ਹਾਂ ਤਬਦੀਲ ਹੋ ਗਿਆ। ਇਹਨਾਂ 3 ਘਟਨਾਵਾਂ ਨੂੰ 3 ਦ੍ਰਿਸ਼ ਵੀ ਕਿਹਾ ਜਾਂਦਾ ਹੈ। ਸਿਧਾਰਥ ਦਾ ਰਥਵਾਨ ਚੰਨਾ ਸੀ, ਜੋ ਕਿ ਉਸ ਨੂੰ ਰੱਥ ਉੱਤੇ ਬਿਠਾ ਕੇ ਸੈਰ ਕਰਨ ਲਈ ਲਿਜਾਂਦਾ ਸੀ, ਪਰ
ਉਹ ਉਸ ਦਿਸ਼ਾ ਵਿੱਚ ਰੱਥ ਲੈ ਕੇ ਅਕਸਰ ਜਾਇਆ ਕਰਦਾ ਸੀ ਜਿਸ ਦਿਸ਼ਾ ਵਿੱਚ ਸਾਰੀ ਵਿਵਸਥਾ ਪਹਿਲਾਂ ਤੋਂ ਹੀ ਠੀਕ ਠਾਕ ਕਰ ਦਿੱਤੀ ਜਾਂਦੀ ਸੀ ਤਾਂ ਕਿ ਸਿਧਾਰਥ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਾ ਦੇਖਣ ਨੂੰ ਮਿਲੇ। ਇੱਕ ਦਿਨ ਰਾਜਕੁਮਾਰ ਸਿਧਾਰਥ ਚੰਨੇ ਨੂੰ ਇਹ ਕਹਿੰਦਾ ਹੈ ਕਿ ਉਹ ਹਰ ਰੋਜ਼ ਆਪਣੀ ਇੱਛਾ ਨਾਲ ਉਸ ਨੂੰ ਸੈਰ ਕਰਵਾਉਣ ਲਈ ਲੈ ਕੇ ਜਾਂਦਾ ਹੈ। ਅੱਜ ਇੱਛਾ ਰਾਜਕੁਮਾਰ ਨੇ ਜਤਾਈ ਕਿ ਜਿਸ ਦਿਸ਼ਾ ਵੱਲ ਮੈਂ ਕਹਾਂ ਉਸੇ ਦਿਸ਼ਾ ਵੱਲ ਰੱਥ ਲੈ ਕੇ ਜਾਓ। ਚੰਨਾ ਪ੍ਰਥਵਾਨ ਨਾ ਚਾਹੁੰਦਿਆਂ ਹੋਇਆਂ ਵੀ ਉਸ ਦਿਸ਼ਾ ਵੱਲ ਚੱਲ ਪਿਆ ਜਿਹੜੀ ਦਿਸ਼ਾ ਸਿਧਾਰਥ ਨੂੰ ਚੱਕਰਵਰਤੀ ਰਾਜਾ ਤੋਂ ਮੰਗਤਾ ਬਣਾਉਣ ਵਾਲੇ ਪਾਸੇ ਲੈ ਕੇ ਜਾ ਰਹੀ ਸੀ। ਸਿਧਾਰਥ ਰੱਥ ਉੱਤੇ ਅਸਵਾਰ ਸੀ। ਚੰਨਾ ਰੱਥ ਚਲਾ ਰਿਹਾ ਸੀ। ਇੱਕ ਬੁੱਢਾ ਵਿਅਕਤੀ ਜਿਸ ਨੂੰ ਸਿਧਾਰਥ ਦੇਖਦਾ ਹੈ ਤੇ ਚੰਨੇ ਨੂੰ ਸਵਾਲ ਪੁੱਛਦਾ ਹੈ ਕਿ ਇਹ ਕੌਣ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਸਿਧਾਰਥ ਨੇ ਕਦੇ ਕੋਈ ਬੁੱਢਾ ਵਿਅਕਤੀ ਨਹੀਂ ਵੇਖਿਆ। ਚੰਨਾ ਉੱਤਰ ਦਿੰਦਾ ਹੈ ਕਿ ਇਹ ਇੱਕ ਬੁੱਢਾ ਵਿਅਕਤੀ ਹੈ। ਇਸ ਦੇ ਸਰੀਰ ਤੇ ਝੁਰੜੀਆਂ ਕਿਉਂ ਪਈਆਂ ਹੋਈਆਂ ਹਨ? ਇਹ ਕੁੱਬਾ ਹੋ ਕੇ ਕਿਉਂ ਚੱਲ ਰਿਹਾ ਹੈ? ਇਹ ਸਵਾਲ ਸਿਧਾਰਥ ਨੇ ਚੰਨੇ ਨੂੰ ਕੀਤੇ। ਚੰਨੇ ਨੇ ਉੱਤਰ ਦਿੱਤਾ ਕਿ ਵਿਅਕਤੀ ਉਮਰ ਭੋਗਣ ਤੋਂ ਬਾਅਦ ਨਿਰਬਲ ਹੋ ਜਾਂਦਾ ਹੈ, ਉਸ ਦਾ ਸਰੀਰ ਕੁੱਬਾ ਹੋ ਜਾਂਦਾ ਹੈ ਅਤੇ ਉਸ ਨੂੰ ਬੜੀ ਕਠਿਨਾਈ ਪੇਸ਼ ਆਉਂਦੀ ਹੈ। ਰੱਥ ਚੱਲ ਰਿਹਾ ਹੈ। ਅੱਗੇ ਇੱਕ ਮ੍ਰਿਤਕ ਦੀ ਅਰਥੀ ਕੁਝ ਲੋਕ ਸ਼ਮਸ਼ਾਨ ਘਾਟ ਵੱਲ ਲੈ ਕੇ ਜਾ ਰਹੇ ਸਨ। ਸਿਧਾਰਥ ਫਿਰ ਪੁੱਛਦਾ ਹੈ ਕਿ ਇਹ ਕੀ ਹੈ? ਸਿਧਾਰਥ ਦੱਸਦਾ ਹੈ ਕਿ ਵਿਅਕਤੀ ਬੁੱਢਾ ਹੋਣ ਤੋਂ ਬਾਅਦ ਮਰ ਜਾਂਦਾ ਹੈ। ਉਸ ਦੀ ਮੌਤ ਤੋਂ ਬਾਅਦ ਉਸ ਨੂੰ ਸ਼ਮਸ਼ਾਨ ਘਾਟ ਲਿਜਾ ਕੇ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਸਿਧਾਰਥ ਪੁੱਛਦਾ ਹੈ ਕਿ ਹਰ ਵਿਅਕਤੀ ਦੀ ਮੌਤ ਹੁੰਦੀ ਹੈ? ਹਾਂ, ਹਰ ਵਿਅਕਤੀ ਦੀ ਮੌਤ ਹੁੰਦੀ ਹੈ। ਕੀ ਆਪਾਂ ਵੀ ਮਰ ਜਾਵਾਂਗੇ? ਹਾਂ, ਆਪਾਂ ਵੀ ਮਰ ਜਾਵਾਂਗੇ। ਸਵਾਲ ਤੇ ਸਵਾਲ ਸਿਧਾਰਥ ਚੰਨੇ ਨੂੰ ਪੁੱਛਦਾ ਜਾ ਰਿਹਾ ਹੈ। ਉਸ ਦਾ ਮਨ ਅਸ਼ਾਂਤ ਹੁੰਦਾ ਜਾ ਰਿਹਾ ਹੈ। ਅੱਗੇ ਇੱਕ ਸਾਧੂ ਵਿਅਕਤੀ ਨੂੰ ਸਿਧਾਰਥ ਦੇਖਦਾ ਹੈ ਅਤੇ ਚੰਨੇ ਨੂੰ ਪੁੱਛਦਾ ਹੈ ਕਿ ਇਹ ਕੌਣ ਹੈ? ਤਾਂ ਚੰਨਾ ਉੱਤਰ ਦਿੰਦਾ ਹੈ ਕਿ ਇਹ ਸਾਧੂ ਹੈ। ਜ਼ਿੰਦਗੀ ਵਿੱਚ ਦੁੱਖ ਬਹੁਤ ਹਨ, ਤਕਲੀਫਾਂ ਬਹੁਤ ਹਨ। ਇਸ ਕਰਕੇ ਇਸ ਸਮਾਧੀ ਦੇ ਰਾਹੀਂ ਉਹਨਾਂ ਦੁੱਖਾਂ ਤਕਲੀਫਾਂ ਤੋਂ ਬਚਣ ਦਾ ਰਸਤਾ ਲੱਭ ਰਿਹਾ ਹੈ। ਇਹਨਾਂ ਤਿੰਨ ਘਟਨਾਵਾਂ ਤੋਂ ਬਾਅਦ ਸਿਧਾਰਥ ਨੂੰ ਇਹ ਅਹਿਸਾਸ ਹੋਇਆ ਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ। ਉਹ ਵਾਪਸ ਮਹਿਲ ਵਿੱਚ ਪਹੁੰਚ ਜਾਂਦਾ ਹੈ ਪਰ ਉਸ ਦਾ ਮਨ ਅਜੇ ਵੀ ਅਸ਼ਾਂਤ ਹੈ। ਹੁਣ ਸਿਧਾਰਥ ਦਾ ਜੀਵਨ ਬਦਲਣ ਜਾ ਰਿਹਾ ਸੀ। ਉਸ ਨੇ ਇਹ ਸੋਚ ਲਿਆ ਕਿ ਉਹ ਸੁੱਖ ਦੀ ਤਲਾਸ਼ ਕਰੇਗਾ। ਦੁੱਖ ਕਿਵੇਂ ਦੂਰ ਹੋ ਸਕਦਾ ਹੈ, ਉਸ ਦਾ ਉਹ ਰਸਤਾ ਲੱਭੇਗਾ। ਪਰ ਉਸ ਨੂੰ ਸੁੱਖ ਦੀ ਭਾਲ ਦੇ ਵਿੱਚ ਆਪਣਾ ਰਾਜ ਭਾਗ, ਆਪਣਾ ਪਰਿਵਾਰ ਬੰਧਨ ਲੱਗ ਰਿਹਾ ਸੀ। ਇਸ ਲਈ ਉਹ 29 ਸਾਲ ਦੀ ਉਮਰ ਵਿੱਚ ਸਾਰੇ ਰਾਜਸੀ ਸੁੱਖ ਤਿਆਗ ਦਿੰਦਾ ਹੈ। ਇੱਕ ਰਾਤ ਉਸ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ। ਮਾਤਾ ਪਿਤਾ ਨੂੰ ਵੀ ਤਿਆਗ ਦਿੱਤਾ। ਆਪਣੇ ਰਥਵਾਨ ਚੰਨੇ ਨੂੰ ਕਿਹਾ ਕਿ ਅਸਤਬਲ ਵਿੱਚੋਂ ਘੋੜਾ ਕੱਢ ਕੇ ਲਿਆਓ। ਸਿਧਾਰਥ ਦੇ ਘੋੜੇ ਦਾ ਨਾਮ ਕੰਥਕ ਸੀ। ਚੰਨਾ ਕੰਥਕ ਘੋੜਾ ਲੈ ਕੇ ਆਇਆ। ਚੰਨਾ
ਅਤੇ ਸਿਧਾਰਥ ਦੋਵੇਂ ਘੋੜਿਆਂ ਤੇ ਸਵਾਰ ਹੋ ਕੇ ਜੰਗਲ ਵੱਲ ਚੱਲ ਪਏ। ਜੰਗਲ ਵਿੱਚ ਪਹੁੰਚ ਕੇ ਸਿਧਾਰਥ ਨੇ ਆਪਣਾ ਇਰਾਦਾ ਚੰਨੇ ਨੂੰ ਦੱਸਿਆ ਕਿ ਉਹ ਵਾਪਸ ਹੁਣ ਰਾਜ ਮਹਿਲ ਨਹੀਂ ਪਰਤੇਗਾ। ਉਹ ਰਾਜ ਮਹਿਲ ਤਿਆਗ ਚੁੱਕਿਆ ਹੈ, ਸੰਨਿਆਸੀ ਬਣ ਚੁੱਕਿਆ ਹੈ। ਹੁਣ ਉਹ ਰਾਜਾ ਨਹੀਂ, ਮੰਗਤਿਆਂ ਦੀ ਤਰ੍ਹਾਂ ਜੀਵਨ ਬਤੀਤ ਕਰੇਗਾ। ਮੰਗਤੇ ਤੋਂ ਭਾਵ ਇੱਥੇ ਇਹ ਹੈ ਕਿ ਸਿਧਾਰਥ ਜੰਗਲ ਵਿੱਚ ਤਪ ਕਰਦਿਆਂ ਅਤੇ ਤਪ ਕਰਨ ਤੋਂ ਬਾਅਦ ਵੀ ਕਦੇ ਵੀ ਆਪਣਾ ਭੋਜਨ ਆਪ ਨਹੀਂ ਬਣਾਉਂਦਾ, ਬਲਕਿ ਹਰ ਰੋਜ਼ ਇੱਕ ਗ੍ਰਹਸਤੀ ਦੇ ਦਰਵਾਜ਼ੇ ਤੇ ਜਾਂਦਾ, ਉੱਥੋਂ ਜੋ ਮਿਲਦਾ ਉਹ ਖਾ ਲੈਂਦਾ ਸੀ। ਇਸ ਕਰਕੇ ਉਸ ਨੂੰ ਇਤਿਹਾਸ ਵਿੱਚ ਮੰਗਤਾ ਵੀ ਕਹਿ ਦਿੱਤਾ ਗਿਆ। ਉਸ ਨੇ ਚੰਨੇ ਨੂੰ ਆਪਣਾ ਸ਼ਾਹੀ ਲਿਬਾਸ ਉਤਾਰ ਕੇ ਦੇ ਦਿੱਤਾ, ਆਪਣੇ ਰੇਸ਼ਮੀ ਵਾਲ ਤਲਵਾਰ ਦੇ ਨਾਲ ਕੱਟ ਦਿੱਤੇ ਅਤੇ ਸੁੱਖ ਦੀ ਤਲਾਸ਼ ਦੇ ਵਿੱਚ ਜੁਟ ਗਿਆ। ਚੰਨੇ ਨੇ ਵਾਪਸ ਰਾਜ ਮਹਿਲ ਜਾ ਕੇ ਰਾਜਾ ਸੁਧੋਧਨ ਨੂੰ ਇਹ ਸਾਰੀ ਖਬਰ ਦੇ ਦਿੱਤੀ। ਸਿਧਾਰਥ ਨੇ 2 ਗੁਰੂ ਧਾਰਨ ਕੀਤੇ। ਪਹਿਲੇ ਗੁਰੂ ਦਾ ਨਾਂ ਉਦਕ ਰਾਮ ਪੁੱਤਰ ਅਤੇ ਦੂਜੇ ਗੁਰੂ ਦਾ ਨਾਂ ਅਲਾਰ ਕਲਾਮ ਸੀ। ਇਹਨਾਂ ਦੋਹਾਂ ਗੁਰੂਆਂ ਤੋਂ ਸਿਧਾਰਥ ਨੇ ਸਿੱਖਿਆ ਲਈ। ਉਸ ਸਿੱਖਿਆ ਦੇ ਅਨੁਸਾਰ ਜੀਵਨ ਢਾਲਿਆ, ਪਰ ਮਨ ਨੂੰ ਸੰਤੁਸ਼ਟੀ ਨਾ ਮਿਲੀ। ਅਖੀਰ ਸਿਧਾਰਥ ਨੇ ਬਿਹਾਰ ਦੇ ਗਇਆ ਵਿਖੇ ਉਰੂਵੇਲਾ ਨਾਮ ਦੇ ਸਥਾਨ ਤੇ ਇੱਕ ਵਿਸ਼ਾਲ ਪਿੱਪਲ ਦੇ ਦਰਖਤ ਹੇਠ 5 ਸਾਥੀਆਂ ਸਮੇਤ ਕਠਿਨ ਤਪ ਸ਼ੁਰੂ ਕਰ ਦਿੱਤਾ। ਇਸ ਸਥਾਨ ਤੇ ਹੁਣ ਬੋਧ ਤੀਰਥ ਸਥਿਤ ਹੈ। ਤਪ ਸਾਧਨਾ ਕਰਦਿਆਂ ਹੋਇਆਂ ਸਿਧਾਰਥ ਦਾ ਸਰੀਰ ਇੰਨਾ ਨਿਰਬਲ ਹੋ ਚੁੱਕਿਆ ਸੀ ਕਿਉਂਕਿ ਉਹ ਆਪਣੇ ਸਰੀਰ ਦਾ ਬਹੁਤਾ ਖਿਆਲ ਨਹੀਂ ਸੀ ਰੱਖ ਰਿਹਾ। ਉਸ ਦਾ ਸਰੀਰ ਇਸ ਤਰ੍ਹਾਂ ਹੋ ਗਿਆ ਜਿਵੇਂ ਗੰਨੇ ਦੀ ਪੋਰੀ ਦਾ ਰੰਗ ਪੀਲਾ ਅਤੇ ਕਾਲਾ ਹੁੰਦਾ ਹੈ। ਜੇਕਰ ਉਹ ਆਪਣੇ ਪੇਟ ਤੇ ਹੱਥ ਲਾਉਂਦਾ ਤਾਂ ਉਸ ਨੂੰ ਆਪਣੀ ਰੀੜ੍ਹ ਦੀ ਹੱਡੀ ਮਹਿਸੂਸ ਹੁੰਦੀ ਸੀ। ਸਿਧਾਰਥ ਨੇ ਇੱਕ ਦਿਨ ਉੱਥੋਂ ਲੰਘਦੀ ਹੋਈ ਗਵੱਈਆਂ ਦੀ ਟੋਲੀ ਜੋ ਗੀਤ ਗਾ ਰਹੀ ਸੀ ਦਾ ਗੀਤ ਸੁਣਿਆ। ਉਹ ਗਵੱਈਏ ਗਾ ਰਹੇ ਸਨ ਕਿ ਸਿਤਾਰ ਦੀਆਂ ਤਾਰਾਂ ਇੰਨੀਆਂ ਵੀ ਟਾਈਟ ਨਾ ਕਰ ਦਿਓ ਕਿ ਉਹ ਟੁੱਟ ਜਾਣ ਅਤੇ ਇੰਨੀਆਂ ਵੀ ਢਿੱਲੀਆਂ ਨਾ ਛੱਡ ਦਿਓ ਕਿ ਸੰਗੀਤ ਹੀ ਪੈਦਾ ਨਾ ਹੋਵੇ। ਸਿਧਾਰਥ ਇਹ ਸੋਚਦਾ ਹੈ ਕਿ ਉਸ ਨੇ ਤਾਂ ਆਪਣੀ ਜ਼ਿੰਦਗੀ ਰੂਪੀ ਸਿਤਾਰ ਦੀਆਂ ਤਾਰਾਂ ਇੰਨੀਆਂ ਟਾਈਟ ਕਰ ਦਿੱਤੀਆਂ ਹਨ ਕਿ ਉਹ ਟੁੱਟਣ ਵਾਲੀਆਂ ਹਨ। ਇਸ ਲਈ ਸਿਧਾਰਥ ਨੇ ਕਠਿਨ ਤਪ ਕਰਨ ਦਾ ਮਾਰਗ ਤਿਆਗ ਦਿੱਤਾ ਅਤੇ ਮੱਧ ਮਾਰਗ ਨੂੰ ਅਪਣਾਇਆ। ਮੱਧ ਮਾਰਗ ਦਾ ਅਰਥ ਹੈ ਨਾ ਬਹੁਤਾ ਕਠਿਨ, ਨਾ ਬਹੁਤਾ ਸਹਿਲ। ਬੁੱਧ ਨੇ ਮੱਧ ਮਾਰਗ, ਜਿਸ ਨੂੰ ਦਾ ਮਿਡਲ ਪਾਥ ਵੀ ਕਿਹਾ ਜਾਂਦਾ ਹੈ, ਨੂੰ ਅਪਣਾ ਲਿਆ। ਹੁਣ ਉਸ ਨੇ ਖਾਣਾ ਪੀਣਾ ਵੀ ਸ਼ੁਰੂ ਕਰ ਦਿੱਤਾ, ਨਹਾਉਣਾ ਵੀ ਸ਼ੁਰੂ ਕਰ ਦਿੱਤਾ, ਆਪਣੇ ਸਰੀਰ ਦਾ ਖਿਆਲ ਵੀ ਰੱਖਿਆ। ਜਦੋਂ ਉਸ ਦੇ 5 ਸਾਥੀਆਂ ਨੇ ਇਹ ਵੇਖਿਆ ਕਿ ਸਿਧਾਰਥ
ਨੇ ਆਪਣਾ ਕਠਿਨ ਤਪ ਤਿਆਗ ਦਿੱਤਾ ਹੈ ਅਤੇ ਮੱਧ ਮਾਰਗ ਨੂੰ ਅਪਣਾ ਲਿਆ ਹੈ, ਉਹ ਪੰਜੇ ਸਾਥੀ ਉਸ ਦਾ ਸਾਥ ਛੱਡ ਕੇ ਚਲੇ ਗਏ। ਅਖੀਰ 35 ਸਾਲ ਦੀ ਉਮਰ ਵਿੱਚ ਸਿਧਾਰਥ ਨੂੰ ਗਿਆਨ ਪ੍ਰਾਪਤ ਹੋਇਆ। ਬੁੱਧ ਧਰਮ ਵਿੱਚ ਗਿਆਨ ਪ੍ਰਾਪਤੀ ਨੂੰ ਨਿਰਵਾਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਿਧਾਰਥ ਨਿਰੰਜਨਾ ਨਦੀ ਦੇ ਕਿਨਾਰੇ ਬੋਧੀ ਦਰਖਤ ਦੇ ਥੱਲੇ ਧਿਆਨ ਵਿੱਚ ਬੈਠਾ ਸੀ। ਇਹ ਦਿਨ ਵੀ ਪੂਰਨਮਾਸ਼ੀ ਦਾ ਸੀ। ਉਸ ਨੂੰ ਗਿਆਨ ਨਿਰਵਾਣ ਦੀ ਪ੍ਰਾਪਤੀ ਹੋਈ। ਇਸ ਤਰ੍ਹਾਂ ਸਿਧਾਰਥ ਬੁੱਧ ਬਣ ਗਿਆ। ਬੁੱਧ ਦਾ ਅਰਥ ਹੈ ਇੱਛਾਵਾਂ ਦਾ ਬੁੱਝ ਜਾਣਾ। ਨਿਰਵਾਣ ਪ੍ਰਾਪਤੀ ਤੋਂ ਪਹਿਲਾਂ ਸੁਜਾਤਾ ਨਾਮ ਦੀ ਇਸਤਰੀ ਨੇ ਸਿਧਾਰਥ ਨੂੰ ਖੀਰ ਦਾ ਇੱਕ ਕਟੋਰਾ ਭੇਟ ਕੀਤਾ ਸੀ। ਸਿਧਾਰਥ ਨੇ ਉਹ ਖੀਰ ਦਾ ਕਟੋਰਾ ਸਵੀਕਾਰ ਕਰ ਲਿਆ ਸੀ। ਉਸ ਖਾਣਾ ਖਾਣ ਤੋਂ ਬਾਅਦ ਹੀ ਸਿਧਾਰਥ ਨੂੰ ਨਿਰਵਾਣ ਦੀ ਪ੍ਰਾਪਤੀ ਆਪਣੇ ਧਿਆਨ ਵਿੱਚੋਂ ਹੋਈ ਸੀ। ਨਿਰਵਾਣ ਪ੍ਰਾਪਤੀ ਤੋਂ ਬਾਅਦ ਤ੍ਰਪੁਸ ਅਤੇ ਭਲਿਕ ਨਾਮ ਦੇ ਦੋ ਵਪਾਰੀਆਂ ਨੇ ਗੰਨੇ ਦਾ ਰਸ ਅਤੇ ਸ਼ਹਿਦ ਨਾਲ ਤਿਆਰ ਕੀਤਾ ਹੋਇਆ ਭੋਜਨ ਬੁੱਧ ਨੂੰ ਭੇਟ ਕੀਤਾ ਸੀ। ਸੋ ਇਸ ਤਰ੍ਹਾਂ ਇਹ ਦੋ ਖਾਣੇ, ਜੋ ਨਿਰਵਾਣ ਪ੍ਰਾਪਤੀ ਤੋਂ ਪਹਿਲਾਂ ਦਾ ਖਾਣਾ ਅਤੇ ਨਿਰਵਾਣ ਪ੍ਰਾਪਤੀ ਤੋਂ ਬਾਅਦ ਦਾ ਖਾਣਾ, ਬੁੱਧ ਧਰਮ ਵਿੱਚ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। ਜਦੋਂ ਦੋ ਵਪਾਰੀਆਂ ਨੇ ਬੁੱਧ ਨੂੰ ਖਾਣਾ ਪੇਸ਼ ਕੀਤਾ ਤਾਂ ਬੁੱਧ ਪਾਸ ਖਾਣ ਲਈ ਕੋਈ ਬਰਤਨ ਨਹੀਂ ਸੀ। ਉਸ ਵੇਲੇ 4 ਦਿਸ਼ਾਵਾਂ ਦੇ 4 ਰਾਜਿਆਂ ਨੇ ਸੋਨੇ ਦੇ ਪਿਆਲੇ ਪੇਸ਼ ਕੀਤੇ, ਜੋ ਬੁੱਧ ਨੇ ਅਸਵੀਕਾਰ ਕਰ ਦਿੱਤੇ। ਬਾਅਦ ਵਿੱਚ ਉਹਨਾਂ ਰਾਜਿਆਂ ਨੇ ਪੱਥਰ ਦੇ ਪਿਆਲੇ ਪੇਸ਼ ਕੀਤੇ, ਮਹਾਤਮਾ ਬੁੱਧ ਵੱਲੋਂ ਪ੍ਰਵਾਨ ਕਰ ਲਏ ਗਏ ਅਤੇ ਆਪਣੀ ਸ਼ਕਤੀ ਨਾਲ ਉਹਨਾਂ 4 ਪਿਆਲਿਆਂ ਨੂੰ ਇੱਕ ਦੂਜੇ ਉੱਤੇ ਰੱਖ ਕੇ ਦਬਾਇਆ ਅਤੇ ਇੱਕ ਪਿਆਲਾ ਬਣਾ ਦਿੱਤਾ। ਉਸ ਪਿਆਲੇ ਵਿੱਚ ਮਹਾਤਮਾ ਬੁੱਧ ਨੇ ਨਿਰਵਾਣ ਪ੍ਰਾਪਤੀ ਤੋਂ ਬਾਅਦ ਦਾ ਭੋਜਨ ਗ੍ਰਹਿਣ ਕੀਤਾ ਸੀ। ਨਿਰਵਾਣ ਪ੍ਰਾਪਤੀ ਕਰਨ ਤੋਂ ਬਾਅਦ ਮਹਾਤਮਾ ਬੁੱਧ ਇਹ ਸੋਚਦਾ ਹੈ ਕਿ ਆਪਣਾ ਪਹਿਲਾ ਉਪਦੇਸ਼ ਕਿਸ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਗਿਆਨ ਵੰਡ ਸਕੇ। ਸਭ ਤੋਂ ਪਹਿਲਾ ਖਿਆਲ ਉਸ ਦੇ ਮਨ ਵਿੱਚ ਇਹ ਆਉਂਦਾ ਹੈ ਕਿ ਉਹ ਆਪਣੇ 2 ਗੁਰੂਆਂ ਅਲਾਰ ਕਲਾਮ ਅਤੇ ਉਦਕ ਰਾਮ ਪੁੱਤਰ ਨੂੰ ਇਹ ਗਿਆਨ ਦਿੰਦਾ ਹੈ, ਪਰ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੋਨਾਂ ਗੁਰੂਆਂ ਦੀ ਮੌਤ ਹੋ ਚੁੱਕੀ ਸੀ। ਇਸ ਲਈ ਉਸ ਨੇ ਉਹਨਾਂ 5 ਸਾਥੀਆਂ ਨੂੰ ਆਪਣਾ ਪਹਿਲਾ ਉਪਦੇਸ਼ ਦੇਣ ਲਈ ਚੁਣਿਆ, ਜੋ ਜੰਗਲ ਵਿੱਚ ਉਸ ਦਾ ਸਾਥ ਉਸ ਵੇਲੇ ਛੱਡ ਕੇ ਚਲੇ ਗਏ ਸਨ ਜਦੋਂ ਉਸ ਨੇ ਤਪ ਕਰਨ ਲਈ ਮੱਧ ਮਾਰਗ ਨੂੰ ਅਪਣਾਇਆ ਸੀ। ਇਹ ਪਹਿਲਾ ਉਪਦੇਸ਼ ਬਨਾਰਸ ਵਿਖੇ ਸਾਰਨਾਥ ਨਾਮ ਦੀ ਜਗ੍ਹਾ ਤੇ ਉਹਨਾਂ 5 ਚੇਲਿਆਂ ਨੂੰ ਦਿੱਤਾ ਗਿਆ। ਇਸ ਘਟਨਾ ਨੂੰ ਬੁੱਧ ਧਰਮ ਵਿੱਚ ਧਰਮ ਚੱਕਰ ਪਰਿਵਰਤਨ ਦਾ ਨਾਮ ਦਿੱਤਾ ਗਿਆ ਹੈ। ਇਹ 5 ਸਾਥੀ ਹੀ ਮਹਾਤਮਾ ਬੁੱਧ ਦੇ ਪਹਿਲੇ 5 ਚੇਲੇ ਬਣੇ ਸਨ, ਜਿਸ ਨਾਲ ਬੁੱਧ ਸੰਘ ਦਾ ਨਿਰਮਾਣ ਹੋਇਆ। ਬੁੱਧ ਸੰਘ ਦਾ ਅਰਥ ਹੈ ਭਿੱਖੂ ਅਤੇ ਭਿੱਖਣੀਆਂ ਦਾ ਸਮੂਹ, ਜੋ ਬੁੱਧ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਦੇ ਹਨ। ਮਹਾਤਮਾ ਬੁੱਧ ਨੇ
ਪੰਜਾਂ ਚੇਲਿਆਂ ਨੂੰ ਉਪਦੇਸ਼ ਦਿੱਤਾ। ਉਹਨਾਂ ਵਿੱਚੋਂ 4 ਸਾਥੀਆਂ ਨੂੰ 4 ਵੱਖ-ਵੱਖ ਦਿਸ਼ਾਵਾਂ ਵਿੱਚ ਗਿਆਨ ਵੰਡਣ ਲਈ ਭੇਜ ਦਿੱਤਾ ਅਤੇ 5ਵੇਂ ਸਾਥੀ ਆਨੰਦ ਨੂੰ ਆਪਣੇ ਨਾਲ ਰੱਖਿਆ। ਆਨੰਦ ਮਹਾਤਮਾ ਬੁੱਧ ਦੇ ਨਾਲ ਜੀਵਨ ਦੇ ਅਖੀਰਲੇ ਪਲਾਂ ਤੱਕ ਨਾਲ ਰਿਹਾ। ਮਹਾਤਮਾ ਬੁੱਧ ਦੀ ਨਿਰਵਾਣ ਪ੍ਰਾਪਤੀ ਤੋਂ ਬਾਅਦ ਸਮਾਜ ਵਿੱਚ 4 ਸਫੇਰੇ ਬੁੱਧ ਧਰਮ ਦਾ ਫੈਲਾਅ ਹੋਣ ਲੱਗਾ। ਰਾਜੇ ਅਤੇ ਰਾਜਿਆਂ ਦੀ ਪ੍ਰਜਾ ਬੁੱਧ ਧਰਮ ਵੱਲ ਖਿੱਚੀ ਗਈ। ਰਾਜਗ੍ਰਹਿ ਦੇ ਰਾਜਾ ਬਿੰਬੀਸਾਰ ਨੇ ਬੁੱਧ ਮਤ ਸਵੀਕਾਰ ਕਰ ਲਿਆ ਅਤੇ ਆਪਣਾ ਬਾਗ, ਜਿਸ ਦਾ ਨਾਮ ਵੇਲੂਵਣ ਸੀ, ਸੰਘ ਨੂੰ ਅਰਪਿਤ ਕਰ ਦਿੱਤਾ। ਇਸੇ ਤਰ੍ਹਾਂ ਸ਼ਰਾਵਸਤੀ ਦਾ ਰਾਜਾ ਪ੍ਰਸੰਨਜੀਤ ਵੀ ਬੁੱਧ ਦਾ ਵੱਡਾ ਸ਼ਰਧਾਲੂ ਬਣ ਗਿਆ। ਉਸ ਨੇ ਜਦੋਂ ਮਹਾਤਮਾ ਬੁੱਧ ਨੂੰ ਆਉਂਦੇ ਹੋਏ ਵੇਖਿਆ ਤਾਂ ਉਸ ਨੇ ਆਪਣੇ ਸਾਰੇ ਸ਼ਸਤਰ ਉਤਾਰ ਕੇ ਮਹਾਤਮਾ ਬੁੱਧ ਨੂੰ ਡੰਡੌਤ ਕੀਤੀ ਸੀ। ਇਹ ਡੰਡੌਤ ਮਹਾਤਮਾ ਬੁੱਧ ਦੇ ਗਿਆਨ ਨੂੰ ਸੀ। ਜਦੋਂ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਤਾਂ ਇਸ ਦੀ ਖਬਰ ਕਪਿਲਵਸਤੂ ਵਿਖੇ ਮਹਾਤਮਾ ਬੁੱਧ ਦੇ ਪਰਿਵਾਰ ਨੂੰ ਵੀ ਮਿਲੀ। ਇਸ ਲਈ ਕਪਿਲਵਸਤੂ ਤੋਂ ਰਾਜਾ ਸ਼ੁਧੋਧਨ ਨੇ ਸੱਦਾ ਭੇਜਿਆ। ਸੱਦੇ ਨੂੰ ਪ੍ਰਵਾਨ ਕਰਦਾ ਹੋਇਆ ਮਹਾਤਮਾ ਬੁੱਧ ਰਾਜ ਮਹਿਲ ਪਹੁੰਚਿਆ, ਜਿੱਥੇ ਉਸ ਨੂੰ ਸ਼ਾਕਿਆ ਲੋਕਾਂ ਨੇ ਇੱਕ ਚਬੂਤਰੇ ਉੱਤੇ ਤੁਰਦੇ ਹੋਏ ਵੇਖਿਆ ਸੀ। ਇਹ ਚਬੂਤਰਾ ਵੀ ਬੁੱਧ ਨੇ ਆਪਣੀ ਅਧਿਆਤਮਕ ਸ਼ਕਤੀ ਨਾਲ ਕਾਇਮ ਕੀਤਾ। ਬੁੱਧ ਕਿਸੇ ਦੇ ਸਾਹਮਣੇ ਝੁਕਦਾ ਨਹੀਂ ਸੀ। ਉਹ ਸਿਰਫ ਰਾਜ ਮਹਿਲ ਵਿੱਚ ਦਰਸ਼ਨ ਦੇਣ ਲਈ ਗਿਆ ਸੀ, ਗਿਆਨ ਦੇਣ ਲਈ ਗਿਆ ਸੀ, ਨਾ ਕਿ ਆਪਣੇ ਪਰਿਵਾਰ ਦੇ ਵਿੱਚ, ਆਪਣੇ ਰਾਜ ਮਹਿਲ ਵਿੱਚ ਰਹਿਣ ਲਈ। ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਪਤਨੀ ਯਸ਼ੋਧਰਾ ਅਤੇ ਉਸ ਦਾ ਪੁੱਤਰ ਰਾਹੁਲ ਉਸ ਨੂੰ ਮਿਲਣ ਲਈ ਨਹੀਂ ਆਏ, ਤਾਂ ਉਹ ਰਾਜ ਮਹਿਲ ਦੇ ਅੰਦਰ ਆਪਣੀ ਪਤਨੀ ਅਤੇ ਪੁੱਤਰ ਨੂੰ ਮਿਲਣ ਲਈ ਗਿਆ। ਯਸ਼ੋਧਰਾ ਨੇ ਮਹਾਤਮਾ ਬੁੱਧ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਪਣੇ ਪਤੀ, ਜੋ ਕਿ ਹੁਣ ਬੁੱਧ ਬਣ ਚੁੱਕਿਆ ਸੀ, ਦੇ ਚਰਨ ਹੰਝੂਆਂ ਨਾਲ ਧੋ ਦਿੱਤੇ। ਰਾਹੁਲ, ਜੋ ਕਿ ਮਹਾਤਮਾ ਬੁੱਧ ਦਾ ਇਕਲੌਤਾ ਪੁੱਤਰ ਸੀ, ਉਸ ਨੂੰ ਬੁੱਧ ਨੇ ਸੰਘ ਵਿੱਚ ਪ੍ਰਵੇਸ਼ ਕਰਵਾ ਲਿਆ, ਜਿਸ ਤੇ ਰਾਜਾ ਸ਼ੁਧੋਧਨ ਨੇ ਇਤਰਾਜ਼ ਕੀਤਾ। ਰਾਜਗ੍ਰਹਿ ਨੇ ਬੋਹੜ ਦੇ ਦਰਖਤਾਂ ਵਾਲਾ ਬਾਗ ਉਸ ਵੇਲੇ ਬੋਧੀ ਸੰਘ ਨੂੰ ਦਾਨ ਵਿੱਚ ਦੇ ਦਿੱਤਾ ਸੀ। ਸੋ ਇਸ ਪ੍ਰਕਾਰ ਮਹਾਤਮਾ ਬੁੱਧ ਰਾਜ ਮਹਿਲ ਵਿਖੇ ਜਾਂਦਾ ਹੈ, ਆਪਣੇ ਪਰਿਵਾਰ ਅਤੇ ਸ਼ਾਕਿਆ ਵੰਸ਼ ਦੇ ਲੋਕਾਂ ਨੂੰ ਗਿਆਨ ਵੰਡਦਾ ਹੈ ਅਤੇ ਵਾਪਸ ਆਪਣੇ ਗਿਆਨ ਵੰਡਣ ਦੇ ਰਸਤੇ ਤੇ ਚੱਲ ਪੈਂਦਾ ਹੈ। ਮਹਾਤਮਾ ਬੁੱਧ ਦਾ ਅੰਤਿਮ ਸਮਾਂ, ਜਿਸ ਨੂੰ ਬੁੱਧ ਧਰਮ ਵਿੱਚ ਪਰਿਨਿਰਵਾਣ ਜਾਂ ਮਹਾਪਰਿਨਿਰਵਾਣ ਕਿਹਾ ਜਾਂਦਾ ਹੈ, ਵੀ ਅਹਿਮ ਪੱਖ ਸਾਹਮਣੇ ਲੈ ਕੇ ਆਉਂਦਾ ਹੈ। ਬੁੱਧ ਦਾ ਅੰਤਿਮ ਸਮਾਂ ਕੁਸ਼ੀਨਗਰ, ਉੱਤਰ ਪ੍ਰਦੇਸ਼ ਵਿੱਚ ਬੀਤਿਆ। ਮਹਾਤਮਾ ਬੁੱਧ ਨੇ ਆਪਣੇ ਅੰਤਿਮ ਵੇਲੇ ਨੂੰ ਨੇੜੇ ਜਾਣਦਿਆਂ ਹੋਇਆਂ ਆਨੰਦ ਨੂੰ ਕਿਹਾ ਸੀ ਕਿ ਕੁਸ਼ੀਨਗਰ ਚੱਲਿਆ ਜਾਵੇ। ਰਸਤੇ ਵਿੱਚ ਮਹਾਤਮਾ ਬੁੱਧ ਵੈਸ਼ਾਲੀ ਵੀ ਗਿਆ, ਜਿੱਥੇ ਅਮਰਪਾਲੀ ਨਾਮ ਦੀ ਨਰਤਕੀ ਵੀ ਰਹਿੰਦੀ ਸੀ। ਅਮਰਪਾਲੀ ਨੇ ਬੁੱਧ ਨੂੰ ਆਪਣੇ ਘਰ ਸੰਗ ਸਮੇਤ ਖਾਣੇ ਤੇ ਸੱਦਿਆ, ਜਿਸ ਨੂੰ ਬੁੱਧ ਨੇ ਸਵੀਕਾਰ ਕਰ ਲਿਆ ਸੀ। ਭਾਵੇਂ ਕਿ ਬੁੱਧ ਦੇ ਅਮਰਪਾਲੀ ਦੇ ਘਰ ਜਾਣ ਤੇ ਲਿੱਛਵੀ ਦਾ ਸਮਰਾਟ ਖੁਸ਼ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਬੁੱਧ
ਅਮਰਪਾਲੀ ਦੀ ਹਵੇਲੀ ਵਿੱਚ ਗਿਆ ਅਤੇ ਉਸ ਨੂੰ ਗਿਆਨ ਦਿੱਤਾ। ਅਮਰਪਾਲੀ ਬੁੱਧ ਦੇ ਗਿਆਨ ਤੋਂ ਇੰਨਾ ਪ੍ਰਭਾਵਿਤ ਹੋਈ ਕਿ ਉਸ ਨੇ ਨ੍ਰਿਤ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ। ਅਮਰਪਾਲੀ ਨੇ ਆਪਣਾ ਬਾਗ ਅਤੇ ਆਪਣੀ ਹਵੇਲੀ ਬੁੱਧ ਸੰਘ ਨੂੰ ਦਾਨ ਵਿੱਚ ਦੇ ਦਿੱਤੀ ਸੀ। ਆਪਣੇ ਅੰਤਿਮ ਸਫ਼ਰ ਵੱਲ ਮਹਾਤਮਾ ਬੁੱਧ ਅੱਗੇ ਵਧ ਰਿਹਾ ਸੀ। ਪਾਵਾ ਨਾਮ ਦੇ ਸਥਾਨ ਤੇ ਚੁੰਦ ਨਾਮ ਦੇ ਇੱਕ ਲੁਹਾਰ ਨੇ ਵੀ ਮਹਾਤਮਾ ਬੁੱਧ ਨੂੰ ਖਾਣੇ ਲਈ ਸੱਦਾ ਦਿੱਤਾ। ਭਾਵੇਂ ਕਿ ਉਸ ਵੇਲੇ ਮਹਾਤਮਾ ਬੁੱਧ ਦੀ ਸਿਹਤ ਬਿਲਕੁਲ ਵੀ ਇਜਾਜ਼ਤ ਨਹੀਂ ਸੀ ਦਿੰਦੀ ਕਿ ਉਹ ਖਾਣਾ ਖਾਵੇ, ਪਰ ਇੱਕ ਸ਼ਰਧਾਲੂ ਦੀ ਸ਼ਰਧਾ ਨੂੰ ਵੇਖਦਿਆਂ ਹੋਇਆਂ ਬੁੱਧ ਨੇ ਚੁੰਦ ਲੁਹਾਰ ਦੇ ਘਰ ਸੰਗ ਸਮੇਤ ਖਾਣਾ ਖਾਧਾ। ਇਹ ਖਾਣਾ ਖਾਣ ਤੋਂ ਬਾਅਦ ਬੁੱਧ ਦੇ ਪੇਟ ਵਿੱਚ ਤਿੱਖਾ ਦਰਦ ਸ਼ੁਰੂ ਹੋ ਗਿਆ। ਬੁੱਧ ਨੇ ਥੋੜਾ ਵਿਸ਼ਰਾਮ ਕੀਤਾ ਅਤੇ ਫਿਰ ਚਾਲੇ ਪਾ ਦਿੱਤੇ। ਬੁੱਧ ਧਰਮ ਵਿੱਚ ਚੁੰਦ ਦਾ ਖਾਣਾ ਤੀਜਾ ਅਹਿਮ ਖਾਣਾ ਮੰਨਿਆ ਜਾਂਦਾ ਹੈ। ਇਸ ਤੋਂ ਪਿੱਛੇ ਅਸੀਂ 2 ਖਾਣਿਆਂ ਦਾ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ। ਮਹਾਤਮਾ ਬੁੱਧ ਦਾ ਅੰਤਿਮ ਸਮਾਂ 483 ਈਸਾ ਪੂਰਵ ਦੀ ਪੂਰਨਮਾਸ਼ੀ ਦਾ ਸੀ। ਮਹਾਤਮਾ ਬੁੱਧ ਨੇ ਕੁਸ਼ੀਨਗਰ ਪਹੁੰਚ ਕੇ ਸਾਲ ਦੇ ਦਰੱਖਤਾਂ ਵਿਚਕਾਰ ਆਪਣਾ ਟਿਕਾਣਾ ਕੀਤਾ। 4 ਚੁਫੇਰੇ ਤੋਂ ਲੋਕਾਂ ਦੀ ਭੀੜ ਉਮੜ ਪਈ। ਉਹ ਬੁੱਧ ਦੇ ਦਰਸ਼ਨ ਕਰਨ ਲਈ ਅਤੇ ਅੰਤਿਮ ਵਚਨ ਸੁਣਨ ਲਈ ਇਕੱਠੇ ਹੋਏ। ਬੁੱਧ ਆਪਣੇ ਅੰਤਿਮ ਵਚਨ ਸੁਣਾਉਂਦਾ ਹੋਇਆ ਸ਼ਰਧਾਲੂਆਂ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰ ਰਿਹਾ ਸੀ। ਕੁਸ਼ੀਨਗਰ ਬੁੱਧ ਧਰਮ ਦਾ ਤੀਰਥ ਸਥਲ ਬਣ ਗਿਆ, ਜਿੱਥੇ ਪਰਿਨਿਰਵਾਣ ਸਤੂਪ ਵੀ ਉਸਰਿਆ ਹੋਇਆ ਹੈ, ਜੋ ਤਸਵੀਰ ਵਿੱਚ ਵੇਖਿਆ ਜਾ ਸਕਦਾ ਹੈ। ਬੁੱਧ ਦੀਆਂ ਅਸਥੀਆਂ ਲੈਣ ਲਈ ਮਗਧ ਦਾ ਰਾਜਾ ਅਜਾਤਸ਼ਤਰੂ, ਪਾਵਾ ਦਾ ਰਾਜਾ ਮੱਲਸ, ਪਿਪਲੀ ਦਾ ਰਾਜਾ ਮੌਰਿਆ ਅਤੇ ਸ਼ਾਕਿਆ ਵੰਸ਼ ਕਪਿਲਵਸਤੂ ਤੋਂ ਆਇਆ। ਇਹਨਾਂ ਰਾਜਿਆਂ ਨੇ ਮਹਾਤਮਾ ਬੁੱਧ ਦੀਆਂ ਅਸਥੀਆਂ ਦੀ ਯਾਦ ਵਿੱਚ ਸਤੂਪਾਂ ਦੀ ਉਸਾਰੀ ਵੀ ਕਰਵਾਈ ਸੀ। ਸੋ ਇਹ ਸੀ ਮਹਾਤਮਾ ਬੁੱਧ ਦੇ ਜੀਵਨ ਉੱਤੇ ਇੱਕ ਸੰਖੇਪ ਝਾਤ। ਭੁੱਲ ਚੁੱਕ ਦੀ ਖਿਮਾ। ਧੰਨਵਾਦ।